ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਗੁਰਬਾਣੀ ਦਾ ਫਰਮਾਨ ਵਾ ਕਿ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਜਿਨ੍ਹਾਂ ਇਨਸਾਨਾਂ ਦੇ ਮਨ ਦੇ ਅੰਦਰ ਸੱਚ ਵਸਦਾ ਹੈਗਾ ਤੇ ਉਹ ਅਗਰ ਉਹ ਸੱਚ ਰਸਨਾ ਤੇ ਆ ਜਾਵੇ ਤੇ ਕਹਿੰਦੇ ਫਿਰ ਉਹਦਾ ਫਲ ਬੜਾ ਭਾਰਾ ਹੁੰਦਾ ਹੈਗਾ। ਸੋ ਇਸ ਤਰ੍ਹਾਂ ਦੀ ਘਟਨਾ ਜਿਹੜੀ ਸੀ ਇਹ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਦੇ ਜੀਵਨ ਦੇ ਵਿੱਚ ਉਦੋਂ ਆਈ ਜਦੋਂ ਦੋ ਆਦਮੀ ਤੇ ਇੱਕ ਉਹਨਾਂ ਦੀ ਜਵਾਨ ਭੈਣ, ਇਹ ਜਿਹੜੇ ਸੀਗੇ ਇਹ ਤਿੰਨੇ ਜਾਣੇ ਚੋਰੀ ਦਾ ਕੰਮ ਕਰਦੇ ਹੁੰਦੇ ਸੀ। ਇੱਕ ਵਾਰ ਜਦੋਂ ਇਹ ਘਰੋਂ ਚੋਰੀ ਕਰਨ ਨਿਕਲੇ ਆ ਤੇ ਇਹਨਾਂ ਨੂੰ ਭੁੱਖ ਲੱਗੀ ਤੇ ਇਹਨਾਂ ਨੂੰ ਪਤਾ ਲੱਗਾ ਵੀ ਟਿੱਲੇ ਦੇ ਉੱਤੇ ਹਨ ਮਹਾਂਪੁਰਖ ਜਿਹੜੇ ਹੈਗੇ ਆ ਉਹਨਾਂ ਨੇ ਲੰਗਰ ਖੋਲ੍ਹਿਆ ਹੈਗਾ। ਸੋ ਇਹ ਲੰਗਰ ਛਕਣ ਲਈ ਜਦ ਟਿੱਲੇ ਦੇ ਉੱਤੇ ਆਏ, ਇਹਨਾਂ ਨੇ ਆ ਕੇ ਸੇਵਾਦਾਰ ਨੂੰ ਕਿਹਾ ਕਿ ਅਸੀਂ ਪ੍ਰਸ਼ਾਦਾ ਛਕਣਾ ਹੈਗਾ। ਤੇ ਸੇਵਾਦਾਰ ਕਹਿਣ ਲੱਗੇ ਕਿ ਠੀਕ ਹੈ ਤੁਸੀਂ ਬੈਠੋ, ਮੈਂ ਮਹਾਂਪੁਰਖਾਂ ਨੂੰ ਪੁੱਛ ਕੇ ਆਉਂਦਾ ਹੈਗਾ। ਜਦ ਸੇਵਾਦਾਰ ਅੰਦਰ ਗਿਆ ਤਾਂ ਬਾਬਾ ਜੀ ਨੂੰ ਕਹਿਣ ਲੱਗਾ ਕਿ ਵੇ ਤਿੰਨ ਜਾਣੇ ਪ੍ਰਸ਼ਾਦਾ ਛਕਣ ਵਾਸਤੇ ਜਿਹੜੇ ਆਪ ਜੀ ਦੇ ਅਸਥਾਨ 'ਤੇ ਪਹੁੰਚੇ ਆ। ਬਾਬਾ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਕਰੋ, ਉਹਨਾਂ ਨੂੰ ਅੰਦਰ ਭੇਜ ਦਿਓ। ਜਦੋਂ ਇਹ ਦੋ ਲੜਕੇ ਤੇ ਤੀਸਰੀ ਇਹਨਾਂ ਦੀ ਭੈਣ ਜਦ ਬਾਬਾ ਜੀ ਦੇ ਪਾਸ ਆ, ਇਹਨਾਂ ਨੇ ਆ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਜਦੋਂ ਬੈਠੇ ਤੇ ਬਾਬਾ ਜੀ ਨੇ ਆਪਣੇ ਸੁਭਾਅ ਦੇ ਅਨੁਸਾਰ ਪੁੱਛ ਲਿਆ। ਕਹਿਣ ਲੱਗੇ ਵੀ ਤੁਸੀਂ ਕੌਣ ਆ, ਕਿੱਥੋਂ ਆਏ ਆ ਤੇ ਕੀ ਕੰਮ ਕਰਦੇ ਆ। ਜਦ ਇੰਨੀ ਗੱਲ ਹੋਈ ਆ ਤੇ ਇਹ ਜਿਹੜੇ ਦੋਨੇ ਭਰਾ ਸੀ ਇਹ ਤੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ, ਪਰ ਮੂੰਹੋਂ ਕੁਛ ਨਹੀਂ ਬੋਲੇ। ਪਰ ਇਹਨਾਂ ਦੀ ਜਿਹੜੀ ਭੈਣ ਜਿਹਦਾ ਨਾਂ ਗਾਮਾ ਸੀਗਾ, ਉਹ ਬਾਬਾ ਜੀ ਨੂੰ ਕਹਿਣ ਲੱਗੀ ਕਿ ਅਸੀਂ ਚੋਰ ਹਾਂ ਤੇ ਅਸੀਂ ਚੋਰੀ ਕਰਨ ਆਏ ਹਾਂ। ਜਦ ਇੰਨੀ ਗੱਲ ਹੋਈ ਆ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਚੋਰੀ ਕਰਨੀ ਤਾਂ ਬਹੁਤ ਵੱਡਾ ਗੁਨਾਹ ਹੈਗਾ, ਤੁਸੀਂ ਇਹ ਕੰਮ ਕਿਉਂ ਕਰਦੇ ਆ। ਤੇ ਇਹਨਾਂ ਦੀ ਭੈਣ ਲੱਗੀ ਕਿ ਮਹਾਂਪੁਰਖੋ ਕਰੀਏ ਕੀ, ਮਜਬੂਰੀ ਹੈਗੀ ਆ, ਰੋਟੀ ਪਾਣੀ ਦੀ ਖਾਤਰ ਸਾਨੂੰ ਇਹ ਕੰਮ ਕਰਨਾ ਪੈਂਦਾ ਹੀ ਆ। ਜਦ ਇਹ ਗੱਲ ਜਿਹੜੀ ਸੀ ਗਾਮਾ ਨੇ ਦੱਸੀ ਤੇ ਬਾਬਾ ਜੀ ਫਿਰ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਕੀ ਦੇਖਿਆ, ਗਾਮਾ ਦੇ ਹੱਥ ਦੇ ਵਿੱਚ ਇੱਕ ਸੋਟੀ ਸੀ। ਇਹ ਸੋਟੀ ਦੇਖ ਕੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਵੀ ਤੂੰ ਹੱਥ 'ਚ ਕੀ ਫੜਿਆ ਹੈਗਾ। ਉਹ ਕਹਿਣ ਲੱਗੇ ਵੀ ਮਹਾਂਪੁਰਖ ਕੋਈ ਸੋਟੀ ਹੈਗੀ ਆ। ਬਾਬਾ ਜੀ ਕਹਿਣ ਲੱਗੇ ਇਹ ਸੋਟੀ ਤੂੰ ਕੀ ਕਰਦੀ ਆ। ਉਹ ਕਹਿਣ ਲੱਗੇ ਜੀ ਕੁੱਤੇ ਬਿੱਲੇ ਤੋਂ ਰਾਖੀ ਵਾਸਤੇ ਸੋਟੀ ਰੱਖੀ ਆ। ਫਿਰ ਬਾਬਾ ਜੀ ਕਹਿਣ ਲੱਗੇ ਵੀ ਇਹ ਦੱਸੋ ਵੀ ਤੁਸੀਂ ਚੋਰੀ ਕਿਵੇਂ ਕਰਦੇ ਆ। ਫਿਰ ਗਾਮਾ ਕਹਿਣ ਲੱਗੇ ਕਿ ਮੇਰੇ ਇਹ ਦੋਨੇ ਭਰਾ ਰਾਤ ਨੂੰ ਚੋਰੀ ਕਰਦੇ ਆ, ਮੈਂ ਤਾਂ ਸਿਰਫ ਚੋਰੀ ਦਾ ਘਰ ਜਿਹੜਾ ਹੈਗਾ ਕਿ ਜਿੱਥੇ ਚੋਰੀ ਕਰਨੀ ਹੈ ਕਿਵੇਂ ਕਰਨੀ ਹੈ ਉਹ ਦੱਸਦੀ ਆ। ਤੇ ਬਾਬਾ ਜੀ ਕਹਿਣ ਲੱਗੇ ਕਿ ਉਹ ਕਿਵੇਂ ਦੱਸਦੀ ਆ। ਤੇ ਫਿਰ ਇਹ ਗਾਮਾ ਨੇ ਦੱਸਿਆ ਸੀਗਾ ਕਿ ਮੈਂ ਮੰਗਣ ਦੇ ਬਹਾਨੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੀ ਆ, ਉੱਥੇ ਜਾ ਕੇ ਫਿਰ ਮੈਂ ਘਰ ਦਾ ਸਾਰਾ ਜੋ ਭੇਦ ਹੈਗਾ ਉੱਥੋਂ ਖੜੀ ਲੈ ਲੈਂਦੀ ਆ। ਤੇ ਮੈਂ ਇਹ ਦੇਖਦੀ ਹਾਂ ਕਿ ਇਸ ਘਰ ਦੇ ਵਿੱਚ ਅਗਰ ਚੋਰੀ ਕਰਨੀ ਆ ਕਿੰਨਾ ਸਮਾਨ ਹੈਗਾ, ਕਿੱਥੋਂ ਦੀ ਅੰਦਰ ਆਉਣਾ ਹੈਗਾ, ਕਿਵੇਂ ਸੰਨ ਲਾਉਣੀ ਹੈਗੀ ਹੈ, ਕਿਹੜਾ ਦਰਵਾਜ਼ਾ ਹੈਗਾ, ਕਿਹੜੀ ਕੰਧ ਤੋਂ ਟੱਪ ਕੇ ਅਸੀਂ ਅੰਦਰ ਜਾਣਾ। ਇਹ ਸਾਰਾ ਭੇਦ ਲੈ ਕੇ ਫਿਰ ਮੈਂ ਆਪਣੇ ਭਰਾਵਾਂ ਨੂੰ ਦੱਸਦੀ ਹਾਂ ਤੇ ਫਿਰ ਮੇਰੇ ਭਰਾ ਦੋਨੇ ਜਿਹੜੇ ਰਾਤ ਨੂੰ ਚੋਰੀ ਕਰਦੇ ਆ। ਇਸ ਗੱਲ ਤੋਂ ਬਾਅਦ ਫਿਰ ਬਾਬਾ ਜੀ ਕਹਿਣ ਲੱਗੇ ਠੀਕ ਆ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਗਾਮਾ ਨੂੰ ਕਿਹਾ, ਕਹਿੰਦੇ ਵੀ ਆਹ ਜਿਹੜੀ ਤੇਰੇ ਹੱਥ 'ਚ ਸੋਟੀ ਆ ਕੀ ਇਹ ਤੂੰ ਸਾਨੂੰ ਦੇ ਸਕਦੇ ਆ। ਗਾਮਾ ਜੀ ਕਹਿਣ ਲੱਗੇ ਬਈ ਇਹ ਜਿਹੜੀ ਸੋਟੀ ਆ ਇਹ ਤਾਂ ਮੈਂ ਕੁੱਤੇ ਤੇ ਬਿੱਲੇ ਤੋਂ ਜਿਹੜੀ ਰਾਖੀ ਵਾਸਤੇ ਰੱਖੀ ਆ, ਤੁਹਾਨੂੰ ਤਾਂ ਇੱਦਾਂ ਦੀਆਂ ਹੋਰ ਬਹੁਤ ਵਧੀਆ ਸੋਟੀਆਂ ਮਿਲ ਜਾਣਗੀਆਂ। ਪਰ ਅਗਰ ਤੁਹਾਡੇ ਮਨ ਦੇ ਵਿੱਚ ਹੈਗਾ ਕਿ ਤੁਹਾਨੂੰ ਮੇਰੀ ਸੋਟੀ ਪਸੰਦ ਆ ਗਈ ਆ, ਮੈਨੂੰ ਤਾਂ ਬਹੁਤ ਖੁਸ਼ੀ ਆ ਸੋਟੀ ਦੇਣ ਦੇ ਵਿੱਚ, ਕਿਉਂਕਿ ਸੋਟੀ ਤੋਂ ਬਗੈਰ ਮੇਰੇ ਪਾਸ ਹੋਰ ਦੇਣ ਨੂੰ ਕੁਛ ਵੀ ਨਹੀਂ ਆ। ਇੰਨੀ ਗੱਲ ਕਹਿਣ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਬੇਟਾ ਇਹ ਜਿਹੜੀ ਸੋਟੀ ਆ ਤੂੰ ਇੰਨੀ ਖੁਸ਼ੀ ਦੇ ਨਾਲ ਸਾਨੂੰ ਦਿੰਦੀ ਆ, ਸਮਾਂ ਆਊਗਾ ਇਹ ਸੋਟੀ ਤੈਨੂੰ ਰਾਣੀ ਬਣਾ ਦਊਗੀ। ਜਦ ਬਾਬਾ ਜੀ ਨੇ ਇੰਨੀ ਗੱਲ ਕਹੀ ਤਾਂ ਉਹ ਗਾਮਾ ਜਿਹੜੀ ਸੀ ਮਹਾਂਪੁਰਖਾਂ ਦੇ ਚਰਨਾਂ 'ਚ ਰੋਣ ਲੱਗ ਪਈ। ਬਾਬਾ ਜੀ ਕਹਿਣ ਲੱਗੇ ਕਿ ਹੁਣ ਤੂੰ ਕਾਹਤੇ ਰੋਂਦੀ ਆ। ਉਹ ਕਹਿਣ ਲੱਗੇ ਜੀ ਅਸੀਂ ਜਾਤ ਦੇ ਸੈਂਸੀ ਆ ਤੇ ਮੈਂ ਸੈਂਸੀਆਂ ਦੀ ਲੜਕੀ ਆ ਤੇ ਸੈਂਸੀਆਂ ਦੀ ਲੜਕੀ ਵੀ ਕਦੀ ਰਾਣੀ ਬਣ ਸਕਦੀ ਆ। ਬਾਬਾ ਜੀ ਕਹਿਣ ਲੱਗੇ ਜ਼ਰੂਰ ਕਿਉਂ ਨਹੀਂ ਬਣ ਸਕਦੀ, ਸਮਾਂ ਆਊਗਾ ਜਦੋਂ ਤੂੰ ਰਾਣੀ ਬਣ ਜਾਊਗੀ ਤੇ ਆਹ ਸੋਟੀ ਅਸੀਂ ਤੇਰੀ ਨਿਸ਼ਾਨੀ ਵਜੋਂ ਰੱਖ ਲਈ ਆ। ਇਹ ਕਹਿਣ ਤੋਂ ਬਾਅਦ ਉਹ ਤਿੰਨਾਂ ਨੇ ਪ੍ਰਸ਼ਾਦਾ ਛਕਿਆ ਤੇ ਉੱਥੋਂ ਚਲੇ ਗਏ। ਸਮਾਂ ਆਇਆ, ਇਹਨੇ ਤਿੰਨਾਂ ਨੇ ਦੁਬਾਰਾ ਫਿਰ ਇੱਕ ਵਾਰੀ ਬਹਾਵਲਪੁਰ ਰਿਆਸਤ ਦੇ ਵਿੱਚ ਚੋਰੀ ਕੀਤੀ। ਚੋਰੀ ਕਰਨ ਤੋਂ ਬਾਅਦ ਇਹ ਤਿੰਨੇ ਜਾਣੇ ਪਕੜੇ ਗਏ ਤੇ ਉਸ ਤੋਂ ਬਾਅਦ ਇਹਨਾਂ 'ਤੇ ਮੁਕੱਦਮਾ ਹੋਇਆ। ਇਹਨਾਂ ਨੂੰ ਤਿੰਨਾਂ ਨੂੰ ਜੇਲ੍ਹ ਹੋ ਗਈ। ਜਦ ਤਿੰਨਾਂ ਨੂੰ ਜੇਲ੍ਹ ਹੋਈ, ਇੱਕ ਵਾਰੀ ਬਹਾਵਲਪੁਰ ਦਾ ਨਵਾਬ ਉਸ ਜੇਲ੍ਹ ਦਾ ਮੁਆਇਨਾ ਕਰਨ ਆਇਆ ਜਾਂ ਜਾਂਚ ਪੜਤਾਲ ਕਰਨ ਆਇਆ ਤੇ ਇਹ ਜਿੱਥੇ ਗਾਮਾ ਖਿੜਕੀ ਦੇ ਕੋਲ ਖੜੀ ਬਾਹਰ ਨੂੰ ਝਾਕ ਰਹੀ ਸੀ ਤੇ ਨਵਾਬ ਇਹਦੀ ਖਿੜਕੀ ਦੇ ਮੋਹਰ ਦੀ ਲੰਘਿਆ। ਅਚਨਚੇ ਨਵਾਬ ਦੀ ਨਿਗਾਹ ਜਿਹੜੀ ਸੀ ਇਸ ਗਾਮਾ ਦੇ ਚਿਹਰੇ 'ਤੇ ਪੈ ਗਈ
ਤੇ ਉਹਨੇ ਗਾਵਾਂ ਦੀ ਸੁੰਦਰਤਾ ਨੂੰ ਤੱਕ ਕੇ ਰੁਕ ਗਿਆ। ਤੇ ਫਿਰ ਉਹਨੇ ਜੇਲ੍ਹ ਦਾ ਇੱਕ ਪਹਿਰੇਦਾਰ ਸੀ, ਉਹਨੂੰ ਆਵਾਜ਼ ਮਾਰੀ ਨਵਾਬ ਨੇ। ਉਹ ਕਹਿਣ ਲੱਗਾ ਵੀ ਆਹ ਇੱਕ ਲੜਕੀ ਆ ਜੇਲ੍ਹ ਦੇ ਅੰਦਰ, ਇਹ ਕਿਹੜੇ ਕੇਸ ਦੇ ਵਿੱਚ ਅੰਦਰ ਹੋਈ ਆ? ਫਿਰ ਉਹ ਪਹਿਰੇਦਾਰ ਕਹਿਣ ਲੱਗਾ ਕਿ ਇਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਵਾ, ਤੇ ਇਹਦੇ ਨਾਲ ਇਹਦੇ 2 ਭਰਾ ਵੀ ਚੋਰੀ ਦੇ ਕੇਸ ਦੇ ਵਿੱਚ ਅੰਦਰ ਹੈਗੇ ਆ। ਫਿਰ ਨਵਾਬ ਸੋਚ ਕੇ ਕਹਿਣ ਲੱਗਾ ਚਲੋ ਠੀਕ ਆ, ਤੁਸੀਂ ਇਸ ਤਰ੍ਹਾਂ ਕਰੋ, ਆ ਜਿਹੜੀ ਲੜਕੀ ਆ ਨਾ ਇਹਨੂੰ ਮੇਰੇ ਮਹਿਲ ਦੇ ਵਿੱਚ ਭੇਜ ਦਿਓ। ਪਹਿਰੇਦਾਰਾਂ ਨੇ ਕੀਤਾ, ਉਹ ਲੜਕੀ ਨੂੰ ਉਸ ਨਵਾਬ ਦੇ ਘਰ ਭੇਜ ਦਿੱਤਾ। ਜਦ ਇਹ ਲੜਕੀ ਜਿਹੜੀ ਸੀਗੀ ਉਸ ਨਵਾਬ ਦੇ ਘਰ ਗਈ, ਮਹਿਲ ਗਈ, ਤੇ ਫਿਰ ਨਵਾਬ ਨੇ ਇਹਨੂੰ ਪੁੱਛਿਆ ਹੈਗਾ ਕਿ ਤੂੰ ਅਜੋ ਚੋਰੀ ਦਾ ਕੰਮ ਕਰਦੀ ਆ, ਇਹ ਚੰਗਾ ਨਹੀਂ ਹੈਗਾ, ਪਰ ਮੈਂ ਤੈਨੂੰ ਇਸ ਕੰਮ ਦੇ ਵਿੱਚੋਂ ਮਾਫ ਕਰ ਦਿੰਦਾ ਹੈਗਾ, ਪਰ ਮੇਰੀ ਇੱਕ ਦਿਲੀ ਖਾਸ਼ ਹੈਗੀ ਆ। ਫਿਰ ਗਾਮਾ ਕਹਿਣ ਲੱਗੀ ਕਿ ਦੱਸੋ ਮੈਨੂੰ ਕੀ ਕੰਮ ਕਰਨਾ ਪਊਗਾ। ਫਿਰ ਨਵਾਬ ਕਹਿਣ ਲੱਗਾ ਸੀਗਾ ਕਿ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ। ਜਦ ਨਵਾਬ ਨੇ ਇੰਨੀ ਗੱਲ ਕਹੀ ਤੇ ਗਾਮਾ ਜਿਹੜੀ ਸੀ ਹੱਕੀ ਬੱਕੀ ਰਹਿ ਗਈ। ਤੇ ਫਿਰ ਗਾਮਾ ਨੇ ਨਵਾਬ ਨੂੰ ਕਹਿ ਤਾ ਕਿ ਇਹ ਕਿਵੇਂ ਹੋ ਸਕਦਾ ਹੈਗਾ, ਮੈਂ ਇੱਕ ਚੋਰ ਨਹੀਂ ਹਾਂ, ਜਾਤ ਦੀ ਸੈਂਸਣ ਹੈਗੀ ਹਾਂ, ਤੁਸੀਂ ਏਡੇ ਵੱਡੇ ਰਿਆਸਤ ਦੇ ਰਾਜੇ ਹੈਗੇ ਆ, ਤੇ ਮੈਂ ਆਪਦੇ ਰਿਆਸਤ ਦੀ ਰਾਣੀ ਕਿਵੇਂ ਬਣ ਜਾਊਂਗੀ? ਫਿਰ ਨਵਾਬ ਕਹਿਣ ਲੱਗਾ ਕਿ ਕਿਉਂ ਨਹੀਂ, ਮੇਰਾ ਹੈ ਨਾ ਤੇਰੇ ਉੱਤੇ ਦਿਲ ਆ ਗਿਆ ਹੈਗਾ। ਜਦ ਇੰਨੀ ਗੱਲ ਹੋਈ ਫਿਰ ਗਾਮਾ ਨੇ ਹੈ ਨਾ ਇਹ ਜਿਹੜੀ ਸ਼ਾਦੀ ਦਾ ਪ੍ਰਸਤਾਵ ਸੀਗਾ ਜੋ ਨਵਾਬ ਵੱਲੋਂ ਦਿੱਤਾ ਸੀਗਾ, ਇਹ ਸਵੀਕਾਰ ਕਰ ਲਿਆ। ਫਿਰ ਦੋਨਾਂ ਨੇ ਨਾ ਆਪਸ ਦੇ ਵਿੱਚ ਨਿਕਾਹ ਕਰ ਲਿਆ। ਜਦ ਨਿਕਾਹ ਹੋਇਆ ਉਸ ਤੋਂ ਬਾਅਦ ਫਿਰ ਗਾਮਾ ਨੇ ਆਪਣਾ ਪਤੀ ਜਿਹੜਾ ਨਵਾਬ ਸੀਗਾ ਉਹਨੂੰ ਕਹਿ ਕੇ ਆਪਣੇ ਜਿਹੜੇ ਦੋਨੇ ਭਰਾ ਸੀਗੇ ਜੇਲ੍ਹ ਦੇ ਵਿੱਚ ਕੈਦ ਹੋਏ, ਇਹਨਾਂ ਦੋਨਾਂ ਨੂੰ ਬਰੀ ਕਰਾ ਦਿੱਤਾ। ਬਰੀ ਕਰਾਉਣ ਤੋਂ ਬਾਅਦ ਫਿਰ ਨਵਾਬ ਦੇ ਕਹੇ 'ਤੇ ਦੋਨਾਂ ਨੂੰ ਇੱਕ ਇੱਕ ਪਿੰਡ ਦੇ ਦਿੱਤਾ ਤਾਂ ਜੋ ਇਹ ਆਪਣੇ ਜੀਵਨ ਦਾ ਗੁਜ਼ਾਰਾ ਕਰ ਸਕਣ। ਉਸ ਤੋਂ ਬਾਅਦ ਫਿਰ ਗਾਮਾ ਨੇ ਆਪਣੇ ਪਤੀ ਨੂੰ ਦੱਸਿਆ ਸੀਗਾ ਕਿ ਮੈਂ ਰਾਣੀ ਕਿਵੇਂ ਬਣੀ ਆ, ਕਿ ਕਿਵੇਂ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸੋਹਣਾ ਨੇ ਮੇਰੇ 'ਤੇ ਕਿਰਪਾ ਕਰਕੇ ਮੇਰੀ ਸੋਟੀ ਲਈ ਸੀ ਅਤੇ ਉਹ ਸੋਟੀ ਦੇ ਬਦਲੇ ਮੈਨੂੰ ਰਾਣੀ ਬਣਾ ਦਿੱਤਾ ਸੀਗਾ। ਜਦ ਨਵਾਬ ਨੇ ਸਾਰੀ ਗੱਲਬਾਤ ਸੁਣੀ, ਦੋਨਾਂ ਦੇ ਮਨ ਦੇ ਵਿੱਚ ਇੱਛਾ ਹੋਈ ਕਿ ਚਲੋ ਆਪਾਂ ਹੈ ਨਾ ਟਿੱਲੇ 'ਤੇ ਜਾ ਕੇ ਬਾਬਾ ਮਹਾ ਹਰਨਾਮ ਸੋਹਣਾ ਦੇ ਦਰਸ਼ਨ ਕਰਨ ਚੱਲੀਏ। ਇਹ ਫਿਰ ਜਿਹੜਾ ਨਵਾਬ ਸੀਗਾ ਗਾਮਾ ਨੂੰ ਨਾਲ ਲੈ ਕੇ ਜਦ ਪਤੀ ਪਤਨੀ ਟਿੱਲੇ 'ਤੇ ਪਹੁੰਚੇ ਆ ਅਤੇ ਸੇਵਾਦਾਰ ਤੋਂ ਆਗਿਆ ਮੰਗੀ ਆ ਅਤੇ ਬਾਬਾ ਜੀ ਦੇ ਪਾਸ ਗਏ, ਜਾ ਕੇ ਚਰਨਾਂ 'ਚ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਉਹ ਜਿਹੜੀ ਸੋਟੀ ਉਸ ਟਾਈਮ ਗਾਮਾ ਦੀ ਸੀਗੀ ਇਸ ਨੂੰ ਦਿਖਾਉਂਦੇ ਹੋਏ ਕਹਿਣ ਲੱਗੇ, ਕਹਿੰਦੇ ਕਿਉਂ ਇਸ ਸੋਟੀ ਨੇ ਬਣਾਤਾ ਨਾ ਤੈਨੂੰ ਰਾਣੀ। ਜਦ ਇੰਨੀ ਗੱਲ ਹੋਈ ਤਾਂ ਗਾਮਾ ਬਾਬਾ ਜੀ ਦੇ ਚਰਨਾਂ 'ਚ ਡਿੱਗ ਪਈ, ਕਹਿਣ ਲੱਗੀ ਮਹਾਂਪੁਰਖੋ ਸਾਰਾ ਤੁਹਾਡਾ ਹੀ ਪ੍ਰਤਾਪ ਹੈਗਾ, ਤੁਹਾਡੇ ਪ੍ਰਤਾਪ ਸਦਕਾ ਅੱਜ ਮੈਂ ਇੱਕ ਗਰੀਬ ਸੈਂਸਣ ਜਿਹੜੀ ਆ ਬਹਾਵਲਪੁਰ ਰਿਆਸਤ ਦੀ ਰਾਣੀ ਬਣ ਗਈ ਆ। ਇੰਨੀ ਗੱਲ ਹੋਈ ਤਾਂ ਫਿਰ ਦੋਨਾਂ ਨੇ ਬੇਨਤੀ ਕਰਕੇ ਕੁਛ ਭੇਟਾ ਬਾਬਾ ਜੀ ਦੇ ਚਰਨਾਂ 'ਚ ਰੱਖੀ। ਭੇਟਾ ਰੱਖਣ ਤੋਂ ਬਾਅਦ ਮਹਾਂਪੁਰਖ ਇਹਨਾਂ ਦੇ ਮਨ ਦੀ ਜਿਹੜੀ ਗੱਲ ਸੀਗੀ ਉਸ ਨੂੰ ਤਾੜ ਕੇ ਕਹਿਣ ਲੱਗੇ, ਕਹਿੰਦੇ ਦੇਖ ਗਾਮਾ, ਪੁੱਤਰ ਦੀ ਕਾਮਨਾ ਲੈ ਕੇ ਆਈ ਆ, ਪਰ ਅਜੇ ਪੁੱਤਰ ਜਿਹੜਾ ਹੈਗਾ ਇੰਨੀ ਛੇਤੀ ਨਹੀਂ ਹੋਣਾ ਹੈ। ਜਦ ਬਾਬਾ ਜੀ ਨੇ ਇਹ ਵਚਨ ਕਿਹਾ ਹੈਗਾ ਫਿਰ ਗਾਮਾ ਕੁਛ ਨਹੀਂ ਬੋਲੀ ਅਤੇ ਬਾਬਾ ਜੀ ਦਾ ਸ਼ੁਕਰ ਕਰਦੀ ਹੋਈ ਕੁਛ ਚਿਰ ਜਿਹੜੀ ਸੀ ਮਹਾਂਪੁਰਖਾਂ ਦੇ ਵਚਨ ਬਲਾ ਸੁਣ ਕੇ ਘਰ ਆ ਗਏ। ਉਸ ਤੋਂ ਬਾਅਦ ਛੇਤੀ 1-2 ਮਹੀਨੇ ਬਾਅਦ ਗਾਮਾ ਫਿਰ ਆਪਣੇ ਪਤੀ ਨਵਾਬ ਦੇ ਨਾਲ ਟਿੱਲੇ ਦੇ ਉੱਤੇ ਆਈ। ਮਹਾਂਪੁਰਖਾਂ ਦੇ ਆ ਕੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਜਦ ਬੈਠੀ ਅਤੇ ਬਾਬਾ ਜੀ ਕਹਿਣ ਲੱਗੇ ਕਿ ਗਾਮਾ ਬਹੁਤ ਛੇਤੀ ਤੂੰ ਚੱਕਰ ਮਾਰਿਆ ਹੈ। ਅਤੇ ਗਾਮਾ ਕਹਿਣ ਲੱਗੀ ਮਹਾਂਪੁਰਖੋ ਕੀ ਕਰੀਏ, ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮੈਂ ਰਹਿ ਨਹੀਂ ਸਕਦੀ ਹੈ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਅਜੇ ਪੁੱਤਰ ਦਾ ਤੈਨੂੰ ਇੰਤਜ਼ਾਰ ਕਰਨਾ ਪਊਗਾ, ਸਮਾਂ ਆਊਗਾ, ਹਜੇ ਥੋੜ੍ਹਾ ਇੰਤਜ਼ਾਰ ਕਰੋ। ਜਦ ਇਹ ਦੂਸਰਾ ਬਚਨ ਜਿਹੜਾ ਸੀਗਾ ਇਹ ਬਾਬਾ ਜੀ ਨੇ ਕੀਤਾ। ਉਸ ਤੋਂ ਬਾਅਦ ਗਾਮਾ ਜਿਹੜੀ ਸੀ ਆਪਣੇ ਪਤੀ ਦੇ ਨਾਲ ਕੁਛ ਚਿਰ ਮਹਾਂਪੁਰਖਾਂ ਦੀ ਸੇਵਾ 'ਚ ਬੈਠੀ, ਫਿਰ ਵਾਪਸ ਆਪਣੀ ਰਿਆਸਤ ਚਲੇ ਗਈ। ਉਸ ਤੋਂ ਬਾਅਦ ਤੀਸਰੀ ਵਾਰੀ ਜਦ ਦੁਬਾਰਾ ਫਿਰ ਪਤੀ ਪਤਨੀ ਜਿਹੜੇ ਸੀ ਬਾਬਾ ਜੀ ਦੇ ਪਾਸ ਟਿੱਲੇ 'ਤੇ ਆਏ ਆ ਕੇ ਇੱਥੇ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਫਿਰ ਗਾਮਾ ਨੂੰ ਆਖਿਆ, ਕਹਿੰਦੇ ਦੇਖ ਗਾਮਾ, ਅੱਜ ਤੋਂ ਬਾਅਦ ਤੇਰੇ ਸਾਲ ਦੇ ਬਾਅਦ ਇੱਕ ਲੜਕਾ ਹੋਊਗਾ, ਇਹ ਲੜਕਾ ਜਿਹੜਾ ਨਾ ਬੜੇ ਪ੍ਰਤਾਪ ਵਾਲਾ ਹੋਊਗਾ। ਜਦ ਬਾਬਾ ਜੀ ਨੇ ਇੱਕ ਲੜਕੇ ਦਾ ਵਰ ਗਾਮਾ ਦੀ ਝੋਲੀ 'ਚ ਪਾ ਤਾ, ਬਸ ਫਿਰ ਕੀ ਸੀ, ਗਾਮਾ ਤਾਂ ਖੁਸ਼ੀ ਦੇ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ, ਬਾਬਾ ਜੀ ਦੇ ਚਰਨਾਂ ਨਾਲ ਲਪਟ ਗਈ। ਬਾਬਾ ਜੀ ਕਹਿਣ ਲੱਗੇ ਚਲੋ ਹੁਣ ਤੁਸੀਂ ਜਾਓ, ਜਾ ਕੇ ਆਪਣੇ ਰਿਆਸਤ ਦੀ ਜੋ ਸਾਂਭ ਸੰਭਾਲ ਹੈ ਨਾ ਉਹਦਾ ਕਾਰਜ ਕਰੋ। ਫਿਰ ਗਾਮਾ ਤੀਸਰੀ ਵਾਰ ਜਿਹੜੀ ਸੀ ਪੁੱਤਰ ਦਾ ਵਰਦਾਨ ਲੈ ਕੇ ਆਪਣੇ ਘਰ ਪਹੁੰਚੀ। ਘਰ ਪਹੁੰਚ ਕੇ ਵਾਕਿਆ ਮਹਾਂਪੁਰਖਾਂ ਦੇ ਬਚਨ ਸੱਤ ਹੋਏ। 1 ਸਾਲ ਬਾਅਦ ਗਾਮਾ ਨੇ ਇੱਕ ਸੁੰਦਰ ਲੜਕੇ ਨੂੰ ਬਾਲਕ ਨੂੰ ਜਨਮ ਦਿੱਤਾ। ਬਾਲਕ ਜਿਹੜਾ ਸੀਗਾ ਜਦ ਕੁਛ ਦਿਨਾਂ ਦਾ ਹੋਇਆ ਅਤੇ ਗਾਮਾ ਆਪਣੇ ਪਤੀ ਦੇ ਨਾਲ ਅਤੇ ਹੋਰ ਜਿੰਨੇ ਸਤਸੰਗੀ ਰਿਸ਼ਤੇਦਾਰ ਸੀ ਸਾਰਿਆਂ ਨੂੰ ਨਾਲ ਲੈ ਕੇ ਫਿਰ ਦੁਬਾਰਾ ਜਿਹੜੀ ਸੀ ਬਾਬਾ ਜੀ ਦੇ ਟਿੱਲੇ ਦੇ ਉੱਤੇ ਪਹੁੰਚੀ। ਇੱਥੇ ਪਹੁੰਚ ਕੇ ਹੈ ਨਾ ਫਿਰ ਗਾਮਾ ਨੇ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਨਾਲ ਭਟਾਵਾਂ ਲੈ ਕੇ ਆਈ। ਇਹਦੇ ਵਿੱਚ ਉਹਨੇ ਹੈ ਨਾ 500 ਰੁਪਈਆ ਬਾਬਾ ਜੀ ਦੇ ਚਰਨਾਂ 'ਚ ਰੱਖਿਆ। ਉਸ ਤੋਂ ਬਾਅਦ ਇੱਕ ਸ਼ਾਹੀ ਪੋਸ਼ਾਕ ਰੱਖੀ, ਇੱਕ ਜੜੀਦਾਰ ਜੋੜਾ ਰੱਖਿਆ ਨਾਲ,
ਤੇ ਉਸ ਤੋਂ ਬਾਅਦ ਜਿਹੜੀ ਸੀ ਬਾਬਾ ਜੀ ਦੀ ਇੱਕ ਸੁੰਦਰ ਦਸਤਾਰ ਉਹ ਵੀ ਜਿਹੜੀ ਸੀ ਚਰਨਾਂ 'ਚ ਭੇਟ ਕੀਤੀ। ਜਦ ਇੰਨਾ ਭਾਰਾ ਸਮਾਨ ਜਿਹੜਾ ਸੀਗਾ ਉਹ ਬਾਬਾ ਜੀ ਦੇ ਚਰਨਾਂ 'ਚ ਭੇਟਾ ਕੀਤਾ ਤੇ ਬਾਬਾ ਜੀ ਕਹਿਣ ਲੱਗੇ ਇਸ ਦੀ ਕੀ ਜ਼ਰੂਰਤ ਸੀਗੀ। ਫਿਰ ਗਾਮਾ ਕਹਿਣ ਲੱਗੀ ਨਹੀਂ ਮਹਾਂਪੁਰਖੋ, ਅਸੀਂ ਵੀ ਤੁਹਾਡੇ ਹੈਗੇ ਹਾਂ, ਇਹ ਬਾਲਕ ਵੀ ਤੁਹਾਡਾ ਹੈਗਾ, ਇਹ ਵਸਤਾਂ ਵੀ ਤੁਹਾਡੀਆਂ, ਇਸ ਕਰਕੇ ਤੁਸੀਂ ਕੋਈ ਕਿਸੇ ਚੀਜ਼ ਦੀ ਨਾ ਨਹੀਂ ਕਰਨੀ। ਬਾਬਾ ਜੀ ਬੜੇ ਪ੍ਰਸੰਨ ਹੋਏ। ਫਿਰ ਗਾਮਾ ਨੂੰ ਕਹਿਣ ਲੱਗੇ ਚੱਲ ਠੀਕ ਆ, ਤੇਰੀਆਂ ਸਾਰੀਆਂ ਭਟਾਵਾਂ ਸਾਨੂੰ ਮਨਜ਼ੂਰ ਹੈ, ਜਿਵੇਂ ਅਸੀਂ ਤੇਰੀ ਆ ਸੋਟੀ ਮਨਜ਼ੂਰ ਕੀਤੀ ਹੈ ਨਾ, ਇਸ ਤਰ੍ਹਾਂ ਤੇਰੀਆਂ ਸਾਰੀਆਂ ਭਟਾਵਾਂ ਸਾਨੂੰ ਮਨਜ਼ੂਰ ਹੈਗੀਆਂ। ਫਿਰ ਗਾਮਾ ਬਾਬਾ ਜੀ ਤੋਂ ਸੀਸ ਲੈਂਦੀ ਹੋਈ, ਖੁਸ਼ੀਆਂ ਲੈਂਦੀ ਹੋਈ ਵਾਪਸ ਜਿਹੜੀ ਸੀ ਆਪਣੇ ਬਿਹਾਵਲਪੁਰ ਰਿਆਸਤ ਦੇ ਵਿੱਚ ਚਲੇ ਗਈ ਸੀ। ਉਸ ਤੋਂ ਬਾਅਦ ਫਿਰ ਇਸ ਗਾਮਾ ਦਾ ਬੱਚਾ ਜਿਹੜਾ ਸੀ ਜਦ ਜਵਾਨ ਹੋਇਆ ਨਾ, ਇਹ ਜਿਹੜਾ ਲੜਕਾ ਸੀਗਾ ਗਾਮਾ ਸੈਂਸਨ ਦਾ, ਇਹ ਫਿਰ ਬਿਹਾਵਲਪੁਰ ਦਾ ਰਾਜਾ ਬਣਿਆ ਸੀਗਾ। ਸੋ ਇਹ ਆ ਮਹਾਂਪੁਰਖਾਂ ਦੀ ਕਿਰਪਾ ਕਿ ਜੋ ਇਨਸਾਨ ਜਿਹੜਾ ਮਹਾਂਪੁਰਖਾਂ ਦੇ ਸਾਹਮਣੇ ਚਾਹੇ ਕੋਈ ਵੀ ਹੋਵੇ, ਅਗਰ ਉਹ ਸੱਚ ਬੋਲਣ ਦੀ ਹਿੰਮਤ ਰੱਖਦਾ ਹੋਵੇ, ਜਿਵੇਂ ਗਾਮਾ ਅਤੇ ਇਹਦੇ ਭਰਾ ਜਿਹੜੇ ਚੋਰ ਸੀਗੇ, ਪਰ ਗਾਮਾ ਨੇ ਸੱਚ ਬੋਲ ਕੇ ਮਹਾਂਪੁਰਖਾਂ ਨੂੰ ਆਪਣੇ ਜੋ ਕਿੱਤਾ ਸੀਗਾ, ਜੋ ਕੰਮ ਕਰਦੇ ਹੁੰਦੇ ਸੀ ਚੋਰਾਂ ਦਾ, ਉਹ ਸਾਰਾ ਖੋਲ੍ਹ ਕੇ ਦੱਸਿਆ ਸੀਗਾ। ਅਤੇ ਬਾਬਾ ਜੀ ਨੇ ਦੇਖੋ ਇਹਨਾਂ ਨੂੰ ਸੱਚ ਬੋਲਣ ਦਾ ਨਾਮ ਜਿਹੜਾ ਸੀਗਾ ਇੱਕ ਰਾਣੀ ਬਣਾ ਕੇ ਦੇ ਦਿੱਤਾ ਸੀਗਾ। ਇਸ ਤਰ੍ਹਾਂ ਨਾ ਇੱਕ ਭਾਈ ਜੈਮਲ ਸਿੰਘ ਹੋਏ ਆ। ਇਹ ਜਿਹੜੇ ਭਾਈ ਜੈਮਲ ਸਿੰਘ ਸੀ ਇਹ ਕੱਚੀ ਭੁੱਚੋ ਦੇ ਸੀਗੇ ਅਤੇ ਇਸ ਦੇ 3 ਲੜਕੇ ਸੀਗੇ। ਵੱਡੇ ਦਾ ਨਾਂ ਸੀ ਜਲੌਰ ਸਿੰਘ, ਦੂਸਰੇ ਦਾ ਨਾਂ ਸੀ ਜਿਊਣ ਸਿੰਘ ਅਤੇ ਤੀਸਰਾ ਜਿਹੜਾ ਸੀ ਉਹਦਾ ਨਾਂ ਸੀ ਈਸ਼ਰ ਸਿੰਘ। ਅਤੇ ਜਿਹੜਾ ਜਲੌਰ ਸਿੰਘ ਅਤੇ ਜਿਊਣ ਸਿੰਘ ਸੀਗਾ ਇਹ ਸ਼ਾਦੀशुदा ਸੀ ਅਤੇ ਈਸ਼ਰ ਸਿੰਘ ਵਿਚਕਾਰਲਾ ਸੀਗਾ, ਇਹ ਕੁਆਰਾ ਸੀਗਾ। ਸਮਾਂ ਕੁਛ ਐਸਾ ਆਇਆ, ਕਾਰਨ ਐਸਾ ਬਣਿਆ ਕਿ ਜੈਮਲ ਸਿੰਘ ਦੇ ਜਿਹੜੇ ਦੋਨੇ ਲੜਕੇ ਸ਼ਾਦੀशुदा ਸੀਗੇ, ਇਹਨਾਂ ਦੀ ਮੌਤ ਹੋ ਗਈ। ਜਦ ਇਹਨਾਂ ਦੀ ਮੌਤ ਹੋਈ, ਦੋਨੇ ਲੜਕੇ ਸੁਰਗਵਾਸ ਹੋ ਗਏ। ਇਹਦਾ ਸਦਮਾ ਜਿਹੜਾ ਜੈਮਲ ਸਿੰਘ ਝੱਲ ਨਹੀਂ ਸਕਿਆ। ਉਸ ਤੋਂ ਬਾਅਦ ਫਿਰ ਜੈਮਲ ਸਿੰਘ ਦੀ ਵੀ ਮੌਤ ਹੋ ਗਈ ਸੀ। ਜਦ ਜੈਮਲ ਸਿੰਘ ਦੀ ਮੌਤ ਹੋਈ ਅਤੇ ਜੈਮਲ ਸਿੰਘ ਦਾ ਜਿਹੜਾ ਵਿਚਕਾਰਲਾ ਲੜਕਾ ਈਸ਼ਰ ਸਿੰਘ ਜਿਹੜਾ ਉਹਨਾਂ ਟਾਈਮਾਂ 'ਚ ਕੁਆਰਾ ਸੀਗਾ, ਅਤੇ ਇਹਨਾਂ ਦੋਨਾਂ ਦੇ ਵਿੱਚੋਂ ਭਰਾਵਾਂ ਦੇ ਵਿੱਚੋਂ ਇੱਕ ਜਿਹੜੀ ਉਹਨਾਂ ਦੀ ਘਰਵਾਲੀ ਸੀ, ਉਸ ਨੇ ਈਸ਼ਰ ਸਿੰਘ ਦੇ ਚਾਦਰ ਪਾ ਲਈ। ਜਦ ਈਸ਼ਰ ਸਿੰਘ ਦੇ ਉੱਤੇ ਚਾਦਰ ਪਾ ਲਈ ਤਾਂ ਉਹ ਘਰ ਰਹਿਣ ਲੱਗੀ। ਫਿਰ ਇਹ ਦੋਨੇ ਜਾਣੇ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਉਸ ਟਿੱਲੇ ਦੇ ਉੱਪਰ ਆਏ। ਟਿੱਲੇ 'ਤੇ ਆਏ, ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਫਿਰ ਈਸ਼ਰ ਸਿੰਘ ਨੇ ਸਾਰੀ ਗੱਲਬਾਤ ਬਾਬਾ ਜੀ ਨਾਲ ਸਾਂਝੀ ਕੀਤੀ ਕਿ ਕਿਵੇਂ ਉਹਦੇ ਜਿਹੜੇ 2 ਭਲਾਰ ਜਲੌਰ ਸਿੰਘ ਅਤੇ ਜਿਊਣ ਸਿੰਘ ਸੀਗੇ, ਇਹਨਾਂ ਦੀ ਮੌਤ ਹੋ ਗਈ ਅਤੇ ਬਾਅਦ ਵਿੱਚ ਮੇਰੇ ਪਿਤਾ ਜੈਮਲ ਸਿੰਘ ਜਿਹੜੇ ਸੀ ਉਹਨਾਂ ਦੀ ਵੀ ਸਦਮੇ ਨਾਲ ਮੌਤ ਹੋਈ। ਬਾਬਾ ਜੀ ਨੇ ਇਹਦੀ ਗੱਲਬਾਤ ਜਿਹੜੀ ਸੀ ਬੜੇ ਪਿਆਰ ਨਾਲ ਸੁਣੀ। ਸੁਣ ਕੇ ਫਿਰ ਈਸ਼ਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਤੇਰੇ ਭਰਾਵਾਂ ਦੀ ਗੱਲ ਤਾਂ ਠੀਕ ਹੈ ਕਿ ਸਭ ਕੁਝ ਕੁਦਰਤ ਦੇ ਹੁਕਮ ਅਨੁਸਾਰ ਹੋਇਆ, ਪਰ ਜੈਮਲ ਸਿੰਘ ਦੀ ਜਿਹੜੀ ਮੌਤ ਹੋਈ ਆ ਸਦਮੇ ਦੇ ਨਾਲ, ਉਹ ਨਹੀਂ ਸੀ ਹੋਣੀ ਚਾਹੀਦੀ। ਕਿਉਂਕਿ ਹਜੇ ਜੈਮਲ ਸਿੰਘ ਦੀ ਉਮਰ ਜਿਹੜੀ ਸੀ 27 ਸਾਲ ਬਾਕੀ ਸੀ। ਅਗਰ ਤੁਸੀਂ ਸਾਨੂੰ ਪਹਿਲਾਂ ਦੱਸਦੇ ਤਾਂ ਇਸ ਘਟਨਾ ਨੂੰ ਟਾਲਿਆ ਜਾ ਸਕਦਾ ਸੀਗਾ। ਇਹ ਸੁਣ ਕੇ ਫਿਰ ਈਸ਼ਰ ਸਿੰਘ ਜਿਹੜਾ ਸੀਗਾ ਉਹ ਬੜਾ ਹੈਰਾਨ ਹੋਇਆ। ਫਿਰ ਉਹ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਦੱਸੋ, ਹੁਣ ਤਾਂ ਕੁਛ ਹੋ ਨਹੀਂ ਸਕਦਾ ਹੈਗਾ। ਅਤੇ ਬਾਬਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ। ਉਸ ਤੋਂ ਬਾਅਦ ਜਦੋਂ ਜਾਣ ਲੱਗੇ ਤਾਂ ਬਾਬਾ ਜੀ ਨੇ ਈਸ਼ਰ ਸਿੰਘ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਈਸ਼ਰ ਸਿੰਘ ਦੇਖ, ਤੇਰੇ ਸਾਲ ਬਾਅਦ ਲੜਕਾ ਹੋਊਗਾ। ਇਹ ਜਿਹੜਾ ਲੜਕਾ ਹੋਊਗਾ ਇਹ ਤੇਰਾ ਪਿਤਾ ਜੈਮਲ ਸਿੰਘ ਦਾ ਹੀ ਪੁਨਰ ਜਨਮ ਆ, ਅਤੇ ਇਹ ਲੜਕਾ ਜਦ 27 ਸਾਲ ਦੀ ਉਮਰ ਹੋਊਗੀ ਇਹ ਜੈਮਲ ਸਿੰਘ ਦੀ ਉਮਰ ਭੋਗੂਗਾ। ਉਸ ਤੋਂ ਬਾਅਦ ਅਗਰ ਉਮਰ ਵਧਾਉਣੀ ਹੈਗੀ ਆ ਤਾਂ ਫਿਰ ਭਾਈ ਤੁਹਾਨੂੰ ਇਸ ਅਸਥਾਨ 'ਤੇ ਆ ਕੇ ਫਿਰ ਸੇਵਾ ਕਰਨੀ ਹੋਊਗੀ। ਜਦ ਬਾਬਾ ਜੀ ਨੇ ਇਹ ਵਚਨ ਕੀਤੇ ਅਤੇ ਈਸ਼ਰ ਸਿੰਘ ਜਿਹੜਾ ਸੀ ਇਹ ਚੁੱਪ ਕਰ ਰਿਹਾ। ਹੌਲੀ ਹੌਲੀ ਜਿਹੜਾ ਈਸ਼ਰ ਸਿੰਘ ਸੀਗਾ ਇਹ ਕਿਤੇ ਕਿਤੇ ਆ ਕੇ ਇੱਥੇ ਸੇਵਾ ਕਰ ਜਾਂਦਾ ਸੀਗਾ। ਪਰ ਦੇਖੋ ਸਮਾਂ ਬਦਲਿਆ। ਮਹਾਂਪੁਰਖ ਆਪਣਾ ਜਿਹੜਾ ਸੀ 5 ਭੂਤਕ ਦਾ ਜੋ ਚੋਲਾ ਸੀਗਾ ਉਹ ਬਦਲ ਗਿਆ। ਉਸ ਤੋਂ ਬਾਅਦ ਫਿਰ ਸੰਤ ਨਰੈਣ ਸਿੰਘ ਜੀ ਮਹਾਂਪੁਰਖਾਂ ਦੀ ਜਿਹੜੇ ਸੀ ਗੱਦੀ ਨਸ਼ੀਨ ਹੋਏ ਆ। ਜਦ ਉਹ ਸੇਵਾ 'ਤੇ ਬੈਠੇ ਆ ਅਤੇ ਇੱਧਰੋਂ ਜਿਹੜਾ ਜੈਮਲ ਸਿੰਘ ਦਾ ਲੜਕਾ ਜਿਹਦਾ ਨਾਂ ਗੁਰਬਚਨ ਸਿੰਘ ਸੀਗਾ, ਇਹ ਜਿਹੜਾ ਗੁਰਬਚਨ ਸਿੰਘ ਸੀਗਾ ਜਦ 27 ਸਾਲ ਦੀ ਉਮਰ ਦੇ ਵਿੱਚ ਪਹੁੰਚਾ, ਅਚਨਚੇਤ ਇਹਦੇ ਪੈਰ 'ਤੇ ਕਹੀ ਲੱਗੀ। ਕਹੀ ਦਾ ਜਿਹੜਾ ਜ਼ਖਮ ਸੀ ਇੰਨਾ ਗਹਿਰਾ ਹੋਇਆ ਕਿ ਉਹ ਜਿਹੜੀ ਲੋਹੇ ਦੀ ਕਹੀ ਸੀ ਉਹਦੀ ਜਿਹੜੀ ਜ਼ਹਿਰ ਸੀ ਲੱਤ ਨੂੰ ਚੜ੍ਹ ਗਈ। ਲੱਤ ਨੂੰ ਜ਼ਹਿਰ ਚੜ੍ਹਨ ਦੇ ਨਾਲ ਲੱਤ ਹੋਣ ਲੱਗ ਪਈ ਖਰਾਬ। ਜਦ ਲੱਤ ਖਰਾਬ ਹੋਈ ਇਹਨਾਂ ਸਾਰੇ ਪਰਿਵਾਰਾਂ ਨੂੰ ਫਿਕਰ ਪੈ ਗਿਆ। ਉਸ ਤੋਂ ਬਾਅਦ ਇਹ ਸਾਰੇ ਪਰਿਵਾਰ ਜਿਹੜੇ ਸੀਗੇ ਡਾਕਟਰਾਂ ਦੇ ਪਾਸ ਗਏ ਅਤੇ ਡਾਕਟਰਾਂ ਨੇ ਜਿਹੜੀ ਸੀ ਲੱਤ ਦੇਖ ਕੇ ਇਹ ਗੱਲ ਕਹਿ ਤੀ ਵੀ ਭਾਈ ਇਹ ਲੱਤ ਹੁਣ ਤਾਂ ਕੱਟਣੀ ਪਊਗੀ, ਕਿਉਂਕਿ ਕੱਟਣ ਤੋਂ ਬਗੈਰ ਦੂਸਰਾ ਇਲਾਜ ਕੋਈ ਨਹੀਂ। ਫਿਰ ਇਹਨਾਂ ਨੂੰ ਬੜੀ ਘਬਰਾਹਟ ਹੋਈ ਵੀ ਹੁਣ ਕੀ ਕਰੀਏ। ਫਿਰ ਕੁਦਰਤੀ ਇਹਨਾਂ ਦਾ ਇੱਕ ਮਾਮਾ ਜਿਹਦਾ ਨਾਂ ਸੀਗਾ ਮੋਤਾ ਸਿੰਘ, ਇਹ ਜਿਹੜਾ ਮੋਤਾ ਸਿੰਘ ਸੀਗਾ ਇਹ ਕਾਹਨ ਸਿੰਘ ਵਾਲੇ ਦਾ ਰਹਿਣ ਵਾਲਾ ਸੀਗਾ। ਇਸ ਨੂੰ ਫਿਰ ਮਹਾਂਪੁਰਖਾਂ ਦੇ ਬਚਨ ਯਾਦ ਆਏ ਕਿ ਜਦੋਂ ਉਹਨਾਂ ਟਾਈਮਾਂ ਦੇ ਵਿੱਚ ਈਸ਼ਰ ਸਿੰਘ ਜਿਹੜਾ ਸੀਗਾ ਆਪਣੀ ਪਤਨੀ ਨੂੰ ਲੈ ਕੇ ਬਾਬਾ ਜੀ ਦੇ ਟਿੱਲੇ 'ਤੇ ਗਿਆ ਸੀ
ਤੇ ਬਾਬਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਸੀ। ਉਦੋਂ ਮੋਤਾ ਸਿੰਘ ਵੀ ਨਾਲ ਗਿਆ ਸੀਗਾ ਤੇ ਬਾਬਾ ਜੀ ਨੇ ਬਚਨ ਕੀਤੇ ਸੀਗੇ ਕਿ ਇਹਦਾ ਇਹ ਬੇਟਾ ਜਦ 27 ਸਾਲ ਦੀ ਉਮਰ ਹੋਊਗੀ ਤੇ ਇਹ ਜੈਮਲ ਸਿੰਘ ਦੀ ਉਮਰ ਭੋਗੂਗਾ। ਉਸ ਤੋਂ ਬਾਅਦ ਫਿਰ ਮੋਤਾ ਸਿੰਘ ਕਹਿੰਦਾ ਵੀ ਚਲੋ ਇਸ ਤਰ੍ਹਾਂ ਕਰਦੇ ਹਾਂ, ਢਿੱਲੇ ਚੱਲਦੇ ਹਾਂ। ਜਦ ਇਹ ਗੁਰਬਚਨ ਸਿੰਘ ਜਿਹਦੇ ਕਈ ਬੱਜੀ ਸੀ, ਸਾਰਾ ਪਰਿਵਾਰ ਢਿੱਲੇ 'ਤੇ ਪਹੁੰਚਾ ਤੇ ਉਸ ਟਾਈਮ ਫਿਰ ਸੰਤ ਨਰੈਣ ਸਿੰਘ ਜਿਹੜੇ ਸੀਗੇ, ਇਹਨਾਂ ਨੂੰ ਸਾਰਿਆਂ ਨੇ ਜਿਹੜੀ ਸੀ ਬੇਨਤੀ ਕੀਤੀ। ਜਦੋਂ ਬੇਨਤੀ ਕੀਤੀ, ਸਾਰੀ ਗੱਲਬਾਤ ਦੱਸੀ, ਫਿਰ ਸੰਤ ਨਰੈਣ ਸਿੰਘ ਹੁਣਾਂ ਨੇ ਬਚਨ ਕੀਤਾ ਸੀਗਾ ਕਿ ਮਹਾਂਪੁਰਖਾਂ ਦੇ ਜੋ ਬਚਨ ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ ਹੈਗਾ। ਅਗਰ ਬਾਬਾ ਜੀ ਨੇ ਬਚਨ ਕੀਤਾ ਸੀਗਾ ਕਿ ਇਹਦੀ ਉਮਰ ਅਗਰ ਵਧਾਉਣੀ ਆ, ਇਸ ਅਸਥਾਨ 'ਤੇ ਆ ਕੇ ਤੁਸੀਂ ਸੇਵਾ ਕਰੋ। ਚਲੋ ਸੇਵਾ ਤਾਂ ਤੁਸੀਂ ਜ਼ਰੂਰ ਕਰਦੇ ਰਹੇ ਆ, ਪਰ ਇਹਦਾ ਫਲ ਤਾਂ ਤੁਹਾਨੂੰ ਜ਼ਰੂਰ ਮਿਲੂਗਾ। ਉਸ ਤੋਂ ਬਾਅਦ ਸੰਤ ਨਰੈਣ ਸਿੰਘ ਹੁਣਾਂ ਨੇ ਜਿਹੜੀ ਗਾਮਾ ਵਾਲੀ ਸੋਟੀ ਸੀਗੀ ਇਹ ਸੋਟੀ ਜਿਹੜੀ ਸੀਗੀ ਇਹ ਗੁਰਬਚਨ ਸਿੰਘ ਦੀ ਲੱਤ ਨੂੰ ਲਾਈ ਸੀ। ਜਦ ਲੱਤ ਨੂੰ ਲਾਈ ਸੀਗੀ, ਐਸਾ ਕ੍ਰਿਸ਼ਮਾ ਹੋਇਆ ਸੀਗਾ ਕਿ ਜਿਹੜਾ ਸਾਰਾ ਜ਼ਹਿਰ ਸੀਗਾ ਉਹ ਸੋਟੀ ਦੇ ਲਾਉਂਦਿਆਂ ਸਾਰ ਜਿਹੜਾ ਸੀਗਾ ਉਹ ਉਤਰ ਗਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਸਾਰਾ ਪਰਿਵਾਰ ਬੜਾ ਹੈਰਾਨ ਹੋਇਆ ਸੀਗਾ। ਤੇ ਫਿਰ ਜਦ ਡਾਕਟਰ ਨੂੰ ਦੁਬਾਰਾ ਲੱਤ ਦਿਖਾਈ, ਫਿਰ ਡਾਕਟਰ ਨੇ ਕਹਿਤਾ ਕਿ ਹੁਣ ਇਹ ਲੱਤ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਆ, ਕਿਉਂਕਿ ਇਸ ਲੱਤ ਦੇ ਵਿੱਚੋਂ ਜ਼ਹਿਰ ਜਿਹੜਾ ਹੈਗਾ ਉਹ ਨਿਕਲ ਚੁੱਕਾ ਹੈਗਾ। ਸੋ ਇਹ ਜਿਹੜੀ ਸੋਟੀ ਆ ਗਾਮਾ ਸੈਂਸਨ ਵਾਲੀ, ਜਿਹੜੀ ਬਹਾਵਲਪੁਰ ਦੀ ਰਾਣੀ ਮਹਾਂਪੁਰਖ ਨੇ ਬਣਾਈ ਸੀ, ਇਹ ਅੱਜ ਵੀ ਜਿਹੜੀ ਹੈਗੀ ਆ ਇਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੀ ਉਹ ਦਿਖਾਈ ਜਾਂਦੀ ਹੈਗੀ। ਸੋ ਐਸੀ ਜਿਹੜੀ ਕਿਰਪਾ ਮਹਾਂਪੁਰਖਾਂ ਦੀ ਹੈਗੀ ਆ ਕਿ ਅਗਰ ਮਹਾਂਪੁਰਖ ਦਿਆਲ ਹੋ ਜਾਣ ਤਾਂ ਫਿਰ ਗੁਰਬਾਣੀ ਕਹਿੰਦੀ ਹੈ, ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗਸਾਈਆਂ ਮੇਰਾ ਮਾਥੇ ਛਤਰ ਤਰੇ। ਤੇ ਜਿਸ ਤਰ੍ਹਾਂ ਗਾਮਾ ਸੈਂਸਨ ਨੂੰ ਰਾਣੀ ਬਣਾਤਾ ਤੇ ਈਸ਼ਰ ਸਿੰਘ ਦੇ ਲੜਕੇ ਨੂੰ ਨਵਾਂ ਜੀਵਨ ਦਿੱਤਾ, ਇਹ ਸਾਰਾ ਉਸ ਗਾਮਾ ਸੈਂਸਨ ਦੀ ਪ੍ਰੇਮ ਰੂਪੀ ਸੋਟੀ ਦਾ ਕਮਾਲ ਹੈਗਾ, ਜੋ ਮਹਾਂਪੁਰਖਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਕਰਕੇ ਇਹ ਸੋਟੀ ਜਿਹੜੀ ਸੀ ਇਹ ਲੋਹੇ ਤੋਂ ਪਾਰਸ ਬਣ ਗਈ ਸੀ, ਸੋਨਾ ਬਣ ਗਈ ਸੀ। ਸੋ ਇੱਕ ਭਾਈ ਅਤਰ ਸਿੰਘ ਜੀ ਹੋਇਆ, ਇਹ ਸੇਮਾ ਪਿੰਡ ਦੇ ਸੀਗੇ। ਇਹਦੀਆਂ 2 ਲੜਕੀਆਂ ਸੀ, 2 ਲੜਕੇ ਸੀ। ਇੱਕ ਦਾ ਨਾਂ ਸੀ ਗੁਰਦਿੱਤ ਸਿੰਘ, ਦੂਸਰੇ ਦਾ ਨਾਂ ਸੀ ਕਾਕੜ ਸਿੰਘ। ਤੇ ਭਾਈ ਅਤਰ ਸਿੰਘ ਜੀ ਜਿਹੜੇ ਸੀ, ਇਹਨਾਂ ਨੇ ਮਹਾਂਪੁਰਖਾਂ ਦੀ ਬੜੀ ਸੇਵਾ ਕੀਤੀ ਜਦੋਂ ਮਹਾਂਪੁਰਖ ਜਿਹੜੇ ਸੀਗੇ ਇਹ ਰੂਮੋ ਦੇ ਇਲਾਕੇ 'ਚ ਰਹਿੰਦੇ ਸੀ। ਉਸ ਤੋਂ ਬਾਅਦ ਫਿਰ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦਾ ਲੜਕਾ ਗੁਰਦਿੱਤ ਸਿੰਘ, ਇਹਨੇ ਵੀ ਬੜੀ ਸੇਵਾ ਕੀਤੀ। ਸੇਵਾ ਕਰਨ ਤੋਂ ਬਾਅਦ ਜਦ ਇਹ ਲੜਕਾ ਜਵਾਨ ਹੋਇਆ, ਇਹਦੀ ਸ਼ਾਦੀ ਹੋ ਗਈ। ਸ਼ਾਦੀ ਹੋਣ ਤੋਂ ਬਾਅਦ ਫਿਰ ਇਹ ਪਤੀ ਪਤਨੀ ਟਿੱਲੇ ਉੱਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਦਰਸ਼ਨ ਕਰਨ ਆਏ, ਇਹਨਾਂ ਨੇ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਜਦ ਇਹਨਾਂ ਨੇ ਜਿਹੜਾ ਸੀਗਾ ਉੱਥੋਂ ਤੁਰੇ ਆ ਤੇ ਮਹਾਂਪੁਰਖਾਂ ਦੇ ਅਸੀਸ ਦੇ ਨਾਲ ਫਿਰ ਇਹਨਾਂ ਦਾ ਜਿਹੜਾ ਸੀ ਪਹਿਲਾ ਲੜਕਾ ਹੋਇਆ। ਜਦ ਪਹਿਲਾ ਲੜਕਾ ਹੋਇਆ, ਬਾਲਕ ਸੁੰਦਰ ਸੀਗਾ। ਇਹ ਦੁਬਾਰਾ ਲੜਕੇ ਦਾ ਨਾਂ ਰਖਾਉਣ ਵਾਸਤੇ ਫਿਰ ਟਿੱਲੇ ਉੱਤੇ ਪਹੁੰਚੇ ਬਾਬਾ ਜੀ ਦੇ ਪਾਸ। ਉੱਥੇ ਜਾ ਕੇ ਫਿਰ ਮੱਥਾ ਟੇਕ ਕੇ ਬੈਠੇ ਆ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਦੀ ਸੀਸ ਦੇ ਨਾਲ ਸਾਡੇ ਘਰ ਲੜਕਾ ਹੋਇਆ ਹੈਗਾ ਤੇ ਤੁਸੀਂ ਕਿਰਪਾ ਕਰੋ ਇਸ ਬੱਚੇ ਦਾ ਨਾਮ ਰੱਖੀਏ। ਬਾਬਾ ਜੀ ਨੇ ਬੱਚੇ ਦਾ ਚਿਹਰਾ ਦੇਖ ਕੇ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਇਹ ਬੱਚੇ ਦਾ ਨਾਂ ਝੰਡਾ ਸਿੰਘ ਹੋਇਆ। ਜਦ ਇਹ ਜਿਹੜਾ ਸੀਗਾ ਨਾਂ ਬਾਬਾ ਜੀ ਨੇ ਰੱਖਿਆ, ਉਸ ਤੋਂ ਬਾਅਦ ਦੋਨੇ ਜਿਹੜੇ ਸੀਗੇ ਇਹ ਵਾਪਸ ਟਿੱਲੇ ਤੋਂ ਘਰ ਆ ਗਏ। ਉਸ ਤੋਂ ਬਾਅਦ ਕਿਰਪਾ ਐਸੀ ਹੋਈ ਕਿ ਫਿਰ ਇਹਨਾਂ ਦੇ ਗੁਰਦਿੱਤ ਸਿੰਘ ਦੇ ਦੂਸਰਾ ਲੜਕਾ ਹੋਇਆ। ਜਦ ਗੁਰਦਿੱਤ ਸਿੰਘ ਦੇ ਦੂਸਰਾ ਲੜਕਾ ਹੋਇਆ ਤੇ ਉਹਦਾ ਨਾਂ ਲਿਖਾਉਣ ਵਾਸਤੇ ਵੀ ਜਿਹੜੇ ਫਿਰ ਇਹ ਟਿੱਲੇ 'ਤੇ ਪਹੁੰਚੇ। ਜਦ ਟਿੱਲੇ 'ਤੇ ਗਏ, ਬਾਬਾ ਜੀ ਨੇ ਜਦ ਇਹਦੇ ਚਿਹਰੇ ਵੱਲ ਦੇਖਿਆ, ਹੱਸ ਕੇ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਇਹਦਾ ਨਾਂ ਅਸੀਂ ਝੰਡਾ ਸਿੰਘ ਰੱਖ ਦਿੱਤਾ। ਜਦੋਂ ਇੰਨੀ ਗੱਲ ਹੋਈ, ਗੁਰਦਿੱਤ ਸਿੰਘ ਮਨ 'ਚ ਬੜਾ ਹੈਰਾਨ ਹੋਇਆ। ਬਾਬਾ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਂਪੁਰਖੋ, ਪਹਿਲੇ ਲੜਕੇ ਦਾ ਨਾਂ ਵੀ ਤੁਸੀਂ ਝੰਡਾ ਸਿੰਘ ਰੱਖਿਆ ਤੇ ਦੂਸਰੇ ਲੜਕੇ ਦਾ ਵੀ ਨਾਂ ਝੰਡਾ ਸਿੰਘ ਰੱਖ ਦਿੱਤਾ, ਪਰ ਜਦੋਂ ਅਸੀਂ ਝੰਡਾ ਸਿੰਘ ਕਰਕੇ ਬੁਲਾਵਾਂਗੇ, ਹੁਣ ਦੋਨਾਂ ਦੇ ਵਿੱਚੋਂ ਕੌਣ ਆਊਗਾ? ਇਹ ਤਾਂ ਕੰਮ ਬੜਾ ਖਰਾਬ ਹੋ ਗਿਆ ਹੈ। ਤੇ ਬਾਕੀ ਕਾਗਜ਼ਾਂ 'ਤੇ ਨਾਂ ਜਿਹੜਾ ਝੰਡਾ ਸਿੰਘ ਲਿਖਾਉਣਾ ਹੈਗਾ, ਇਹ ਵੀ ਬੜਾ ਮੁਸ਼ਕਲ ਹੈਗਾ। ਜਦ ਇਸ ਤਰ੍ਹਾਂ ਦੀ ਗੱਲਬਾਤ ਹੋਈ ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਚਲੋ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਜਿਹੜਾ ਵੱਡਾ ਲੜਕਾ ਉਸ ਨੂੰ ਵੱਡਾ ਝੰਡਾ ਸਿੰਘ ਕਹਿ ਕੇ ਬੁਲਾ ਲਿਆ ਕਰੋ ਤੇ ਛੋਟੇ ਨੂੰ ਛੋਟਾ ਝੰਡਾ ਸਿੰਘ ਕਹਿ ਕੇ ਬੁਲਾ ਲਿਆ ਕਰੋ। ਲਓ ਤੁਹਾਡੀ ਸਾਰੀ ਮੁਸ਼ਕਲ ਹੱਲ ਹੋ ਗਈ। ਇਹ ਕਹਿ ਕੇ ਤੇ ਬਾਬਾ ਜੀ ਹੱਸ ਪਏ। ਇਹ ਜਿਹੜਾ ਗੁਰਦਿੱਤ ਸਿੰਘ ਸੀਗਾ, ਇਹ ਆਪਣੀ ਪਤਨੀ ਦੇ ਨਾਲ ਮਹਾਂਪੁਰਖਾਂ ਦੇ ਅਸਥਾਨ ਤੋਂ ਦੋਨਾਂ ਦੇ ਨਾਂ ਲਿਖਾ ਕੇ ਫਿਰ ਘਰ ਵਾਪਸ ਆ ਗਿਆ। ਫਿਰ ਸਮਾਂ ਆਇਆ, ਫਿਰ ਗੁਰਦਿੱਤ ਸਿੰਘ ਦੇ ਤੀਸਰਾ ਲੜਕਾ ਹੋਇਆ। ਫਿਰ ਇਹ ਨਾਂ ਲਿਖਾਉਣ ਨਹੀਂ ਗਏ ਬਾਬਾ ਜੀ ਦੇ ਪਾਸ। ਇਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਬਾਬਾ ਜੀ ਨੇ ਪਹਿਲੇ ਲੜਕੇ ਦਾ ਨਾਂ ਝੰਡਾ ਸਿੰਘ ਰੱਖ ਦਿੱਤਾ, ਦੂਸਰੇ ਦਾ ਫਿਰ ਝੰਡਾ ਸਿੰਘ, ਕਿਤੇ ਤੀਸਰੇ ਲੜਕੇ ਦਾ ਨਾਂ ਵੀ ਝੰਡਾ ਸਿੰਘ ਨਾ ਰੱਖ ਦੇਣ। ਇਸ ਕਰਕੇ ਇਹਨਾਂ ਨੇ ਆਪਣੇ ਲੜਕੇ ਦਾ ਨਾਂ ਘਰੇ ਹੀ ਰੱਖ ਦਿੱਤਾ। ਤੇ ਲੜਕੇ ਦਾ ਜਦੋਂ ਨਾਂ ਘਰੇ ਰੱਖਿਆ ਤੇ ਉਹਦਾ ਨਾਂ ਰੱਖ ਦਿੱਤਾ ਚੰਦ ਸਿੰਘ। ਫਿਰ ਸਮਾਂ ਗੁਜ਼ਰਿਆ, ਫਿਰ ਚੌਥਾ ਲੜਕਾ ਹੋਇਆ, ਉਹਦਾ ਨਾਂ ਵੀ ਘਰੇ ਰੱਖ ਲਿਆ ਤੇ ਉਹਦਾ ਨਾਂ ਰੱਖ ਦਿੱਤਾ ਤਾਰਾ ਸਿੰਘ। ਇਸ ਤਰ੍ਹਾਂ ਇਹਨਾਂ ਦੇ ਫਿਰ 4 ਲੜਕੇ ਹੋਏ। ਫਿਰ ਸਮਾਂ ਪਾ ਕੇ ਦੁਬਾਰਾ ਫਿਰ ਇਹ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਟਿੱਲੇ ਉੱਤੇ ਪਹੁੰਚੇ।
ਉੱਥੇ ਮੱਥਾ ਟੇਕਿਆ। ਜਦ ਬੈਠੇ ਤੇ ਗੁਰਦਿੱਤ ਸਿੰਘ ਜਿਹੜੀ ਘਰ ਵਾਲੀ ਸੀ ਉਹ ਮਹਾਂਪੁਰਖਾਂ ਦੇ ਕੋਲ ਬੈਠੀ ਸੀ ਤੇ ਇਹਦੇ ਦੋਨੇ ਬੱਚੇ ਇਹ ਬਾਹਰ ਖੇਡ ਰਹੇ ਸੀ। ਇਹਨੇ ਆਪਣੇ ਦੋਨਾਂ ਬੱਚਿਆਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, ਕਹਿੰਦੀ ਚੰਦ ਸਿੰਘ, ਤਾਰਾ ਸਿੰਘ, ਇੱਧਰ ਆ ਕੇ ਬੈਠ ਜਾਓ। ਜਦ ਕੋਲ ਆ ਕੇ ਬੈਠੋ ਤਾਂ ਬਾਬਾ ਜੀ ਨੇ ਅਚਾਨਕ ਇਹਦੀ ਘਰਵਾਲੀ ਵੱਲ ਨਜ਼ਰ ਮਾਰ ਕੇ ਕਹਿਣ ਲੱਗੇ, ਕਹਿੰਦੇ ਵੀ ਆਹ ਚੰਦ ਸਿੰਘ ਤੇ ਤਾਰਾ ਸਿੰਘ ਕੌਣ ਆ? ਤੇ ਉਹਦੀ ਘਰ ਵਾਲੀ ਕਹਿਣ ਲੱਗੀ, ਜੀ ਇਹ ਝੰਡਾ ਸਿੰਘ ਵੱਡਾ ਤੇ ਛੋਟਾ ਝੰਡਾ ਸਿੰਘ, ਇਹਦੇ ਦੋਨੇ ਜਿਹੜੇ ਛੋਟੇ ਭਰਾ ਹੈ। ਇੰਨੀ ਗੱਲ ਕਹੀ ਤਾਂ ਬਾਬਾ ਜੀ ਦੇ ਫਿਰ ਮੁੱਖ ਚੋਂ ਨਿਕਲ ਗਿਆ। ਕਹਿੰਦੇ ਦੇਖ ਭਾਈ, ਆ ਜਿਹੜਾ ਤਾਂ ਤੇਰਾ ਹੈ ਨਾ ਚੰਦ ਸਿੰਘ ਆ, ਇਹਨੇ ਤਾਂ ਗੋਡੀ ਮਾਰ ਜਾਣੀ ਆ ਤੇ ਤੇਰੇ ਤਾਰੇ ਨੇ ਛੁਪ ਜਾਣਾ ਹੈਗਾ। ਜਦ ਇਹ ਬਚਨ ਬਾਬਾ ਜੀ ਦੇ ਕਹੇ, ਇਹਦੀ ਘਰ ਵਾਲੀ ਨੂੰ ਕੋਈ ਗੱਲ ਸਮਝ ਨਹੀਂ ਲੱਗੀ, ਉਹ ਚੁੱਪ ਕਰਕੇ ਬੈਠੀ ਰਹੀ। ਤੇ ਦੇਖੋ ਬਾਬਾ ਜੀ ਦੇ ਬਚਨ ਸੱਤ ਹੋਏ। ਸਮਾਂ ਆਇਆ, ਤਾਰਾ ਸਿੰਘ ਤੇ ਚੰਦ ਸਿੰਘ, ਇਹਨਾਂ ਦੋਨਾਂ ਦੀ ਮੌਤ ਹੋ ਗਈ। ਜਦ ਮੌਤ ਹੋਈ ਫਿਰ ਇਹਨਾਂ ਦੇ 2 ਲੜਕੇ ਦੁਬਾਰਾ ਫਿਰ ਹੋਏ, ਉਹਨਾਂ ਦੋਨਾਂ ਦੀ ਵੀ ਮੌਤ ਇਸ ਤਰ੍ਹਾਂ ਹੋ ਗਈ। ਫਿਰ ਗੁਰਦਿੱਤ ਸਿੰਘ ਦੇ ਮਨ ਦੇ ਵਿੱਚ ਆਈ ਕਿ ਟਿੱਲੇ ਜੇ ਚਲੀਏ ਤੇ ਮਹਾਂਪੁਰਖਾਂ ਨੂੰ ਕਾਰਨ ਪੁੱਛੇ ਵੀ ਹੋਇਆ ਕੀ ਆ। ਜਦ ਫਿਰ ਗੁਰਦਿੱਤ ਸਿੰਘ ਦੁਬਾਰਾ ਫਿਰ ਮਹਾਂਪੁਰਖਾਂ ਦੇ ਦਰਸ਼ਨ ਵਾਸਤੇ ਫਿਰ ਟਿੱਲੇ ਪਹੁੰਚਿਆ। ਫਿਰ ਇਹਨੇ ਗੱਲਬਾਤ ਸਾਂਝੀ ਕੀਤੀ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਵੈਸੇ ਤਾਂ ਤੇਰੇ 7 ਝੰਡੇ ਹੋਣੇ ਸੀਗੇ ਅਗਰ ਤੂੰ ਹੁਕਮ ਮੰਨ ਲੈਂਦਾ, ਪਰ ਕਿਉਂਕਿ ਤੁਸੀਂ ਹਨ ਆਪਣੀ ਮਰਜ਼ੀ ਕੀਤੀ ਆ, ਇਸ ਕਰਕੇ ਤੇਰੇ 2 ਹੀ ਝੰਡੇ ਰਹਿ ਗਏ ਆ, ਵੱਡਾ ਝੰਡਾ ਤੇ ਛੋਟਾ ਝੰਡਾ। ਇਸ ਕਰਕੇ ਇਹ ਹੁਣ ਦੋਨੇ ਰਹਿਣਗੇ, ਬਾਕੀ ਤੇਰੇ ਲੜਕਾ ਕੋਈ ਨਹੀਂ ਹੋਊਗਾ। ਇੰਨੀ ਗੱਲ ਹੋਈ ਤਾਂ ਫਿਰ ਇਹ ਭਾਈ ਗੁਰਦਿੱਤ ਸਿੰਘ ਜਿਹੜਾ ਸੀਗਾ ਫਿਰ ਚੁੱਪ ਕਰ ਗਿਆ। ਜਦ ਚੁੱਪ ਕਰ ਗਿਆ ਤਾਂ ਫਿਰ ਉੱਥੇ ਹੋਰ ਕੀ ਹੋ ਸਕਦਾ ਹੈ, ਕਿਉਂਕਿ ਅਗਰ ਇਹ ਤੀਜੇ ਲੜਕੇ ਦਾ ਤੇ ਚੌਥੇ ਲੜਕੇ ਦਾ ਨਾਂ ਜਿਹੜਾ ਸੀ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਰੱਖਦੇ ਤਾਂ ਬਾਬਾ ਜੀ ਦੇ ਬਚਨ 7 ਹੋਣੇ ਸੀ ਕਿ ਤੇਰੇ 7 ਝੰਡੇ ਹੋਣੇ ਸੀ। ਇਹ 7 ਝੰਡੇ ਤੇਰੇ ਘਰ ਦੀ ਖਾਨਦਾਨ ਦੀ ਬੜੀ ਭਾਰੀ ਨਿਸ਼ਾਨੀ ਹੋਣੀ ਸੀਗੀ, ਤੇਰਾ ਨਾਂ ਬੜਾ ਉੱਚਾ ਹੋਣਾ ਸੀਗਾ। ਪਰ ਕਿਉਂ ਹੁਣ ਸਮਾਂ ਨਿਕਲ ਚੁੱਕਾ ਹੈਗਾ, ਫਿਰ ਹੁਣ ਕੀ ਹੋ ਸਕਦਾ ਹੈਗਾ। ਇਸ ਤਰ੍ਹਾਂ ਇੱਕ ਵਾਰੀ ਬਹੁਤ ਸਾਰੀ ਸੰਗਤ ਜਿਹੜੀ ਮਾਝੇ ਦੀ ਸੀਗੀ ਇਕੱਠੀ ਹੋ ਕੇ ਬਾਬਾ ਆਨੰਦ ਸਿੰਘ ਹੁਣਾਂ ਦੇ ਦਰਸ਼ਨ ਕਰਨ ਵਾਸਤੇ ਨਾਨਕਸਰ ਆਈ ਆ। ਜਦ ਨਾਨਕਸਰ ਆਈ ਆ, ਇੱਥੇ ਦਰਸ਼ਨ ਕੀਤੇ, ਉਸ ਤੋਂ ਬਾਅਦ ਇਹ ਸੰਗਤ ਨੇ ਬੇਨਤੀ ਕੀਤੀ ਕਿ ਅਸੀਂ ਭੁੱਚੋ ਬਾਬਾ ਮਹਾਰ ਨਾਮ ਸੁਣਨ ਦੇ ਦਰਸ਼ਨ ਕਰਨੇ ਆ। ਤੇ ਬਾਬਾ ਆਨੰਦ ਸਿੰਘ ਕਹਿਣ ਲੱਗੇ ਵੀ ਠੀਕ ਆ, ਤੁਸੀਂ ਭੁੱਚੋ ਚਲੇ ਜਾਓ ਤੇ ਉੱਥੇ ਟਿੱਲੇ ਤੇ ਜਾ ਕੇ ਬਾਬਾ ਮਹਾਰ ਨਾਮ ਸੁਣਨ ਦੇ ਦਰਸ਼ਨ ਕਰਿਓ। ਇਹ ਸੰਗਤ ਜਦ ਉੱਥੇ ਬਾਬਾ ਮਹਾਰ ਨਾਮ ਸੁਣਨ ਦੇ ਟਿੱਲੇ ਪਹੁੰਚੀ ਆ ਤੇ ਇਹ ਸੰਗਤ ਦੇ ਵਿੱਚ ਇੱਕ ਮਾਈ ਭਾਗਣ ਸੀਗੀ, ਇਹ ਵੀ ਜਿਹੜੀ ਸੀ ਮਹਾਂਪੁਰਖਾਂ ਦੇ ਕੋਲ ਬੈਠੀ। ਜਦ ਕੋਲ ਬੈਠੀ ਆ, ਇਹਨੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਬਾਬਾ ਜੀ ਨੇ ਜਦ ਸੰਗਤ ਨਾਲ ਬਚਨ ਬਲਾ ਸਾਂਝੇ ਕਰਨੇ ਸ਼ੁਰੂ ਕੀਤੇ ਤੇ ਮਾਈ ਭਾਗਣ ਨੇ ਵੀ ਆਪਣਾ ਸਵਾਲ ਬਾਬਾ ਜੀ ਦੇ ਚਰਨਾਂ 'ਚ ਰੱਖਿਆ। ਕਹਿਣ ਲੱਗੇ ਕਿ ਮੇਰੀ ਇੱਕ ਪੋਤਰੀ ਆ, ਪਰ ਜਦੋਂ ਰਾਤ ਨੂੰ ਸੁੱਤੀ ਪਈ ਹੁੰਦੀ ਹੈ ਉਹ ਦੰਦ ਬੜੇ ਕਚੀਂਦੀ ਰਹਿੰਦੀ ਆ। ਜਦੋਂ ਇਹਨੇ ਇਹ ਗੱਲ ਬਾਬਾ ਜੀ ਨੂੰ ਦੱਸੀ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਉਹ ਖਸਮਨ ਖਾਣੀ ਆ। ਜਦ ਇੰਨੀ ਗੱਲ ਹੋਈ ਆ ਤੇ ਇਹ ਜਿਹੜੀ ਮਾਈ ਭਾਗਣ ਸੀ ਚੁੱਪ ਕਰ ਗਈ ਤੇ ਬਾਬਾ ਜੀ ਵੱਲ ਦੇਖ ਕੇ ਕਹਿਣ ਲੱਗੇ, ਕਹਿੰਦੇ ਬਾਬਾ ਜੀ ਖਸਮਨ ਖਾਣੀ ਕੀ ਹੁੰਦੀ ਆ? ਬਾਬਾ ਜੀ ਕਹਿਣ ਲੱਗੇ ਵੀ ਭਾਈ ਜਿਹੜੀ ਆਪਣੇ ਖਸਮ ਨੂੰ ਖਾ ਜਾਵੇ, ਭਾਵ ਕਿ ਵਿਧਵਾ ਹੋ ਜਾਵੇ। ਜਦ ਇੰਨੀ ਗੱਲ ਹੋਈ ਤੇ ਇਹ ਜਿਹੜੀ ਮਾਈ ਸੀਗੀ ਭਾਗਣ, ਇਹ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਰੋਣ ਲੱਗ ਪਈ। ਕਹਿਣ ਲੱਗੀ, ਕਹਿੰਦੀ ਮਹਾਂਪੁਰਖੋ ਤੁਸੀਂ ਬਚਨ ਕਿਹੋ ਜਿਹਾ ਕਰ ਦਿੱਤਾ ਹੈਗਾ, ਮੈਂ ਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹਾਂ, ਪਰ ਆਪ ਦਾ ਬਚਨ ਜਿਹੜਾ ਹੈਗਾ ਉਸ ਨੂੰ ਸੁਣ ਕੇ ਮੈਂ ਤਾਂ ਪੂਰੀ ਤਰ੍ਹਾਂ ਕੰਬ ਗਈ ਹਾਂ। ਜਦੋਂ ਇਹਨੇ ਇਹ ਗੱਲ ਕਹੀ ਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਜੋ ਉਹਦੇ ਕਰਮ ਦੇ ਵਿੱਚ ਲਿਖਿਆ ਸੀ ਅਸੀਂ ਤੈਨੂੰ ਉਹ ਦੱਸ ਦਿੱਤਾ ਹੈਗਾ, ਪਰ ਅਸੀਂ ਕੋਈ ਬਰਸਰਾਫ ਦੀ ਗੱਲ ਨਹੀਂ ਕੀਤੀ, ਕਿਉਂਕਿ ਜੋ ਉਹਦੀ ਤਕਦੀਰ ਦੇ ਵਿੱਚ ਲਿਖਿਆ ਅਸੀਂ ਤੈਨੂੰ ਉਹ ਗੱਲ ਸਾਂਝੀ ਕਰ ਦਿੱਤੀ ਆ। ਜਦੋਂ ਮਹਾਂਪੁਰਖਾਂ ਨੇ ਮਾਈ ਭਾਗਣ ਦੇ ਨੂੰ ਇਹ ਗੱਲ ਸਾਂਝੀ ਕੀਤੀ ਤਾਂ ਮਾਈ ਭਾਗਣ ਦੋਨੇ ਹੱਥ ਜੋੜ ਕੇ ਬਾਬਾ ਜੀ ਦੇ ਚਰਨਾਂ 'ਚ ਬੈਠ ਕੇ ਕਹਿਣ ਲੱਗੀ, ਕਹਿੰਦੀ ਮਹਾਂਪੁਰਖੋ ਕਿਰਪਾ ਕਰੋ, ਤੁਸੀਂ ਤਾਂ ਟੁੱਟੀ ਗੰਢਣ ਹਾਰ ਹੈਗੇ, ਕਿਰਪਾ ਕਰੋ। ਜਦ ਕਿਰਪਾ ਕਰੋ ਤਾਂ ਉਸਨੇ ਬਾਰ-ਬਾਰ ਬੇਨਤੀ ਕੀਤੀ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਤੂੰ ਅਗਰ ਜ਼ਿਆਦਾ ਜਿੱਦ ਕਰਦੀ ਆ ਤੇ ਚਲੋ ਇੰਨਾ ਅਸੀਂ ਕਰ ਸਕਦੇ ਹਾਂ ਕਿ ਇਹ ਤੇਰੀ ਪੋਤਰੀ ਜਦੋਂ ਵਿਆਹੀ ਜਾਊਗੀ ਇਹ ਕੁਛ ਸਾਲ ਜਿਹੜੀ ਇਹ ਖਾ ਹੰਡਾ ਕੇ ਫਿਰ ਆਪਣਾ ਕਰਮ ਭੋਗੂਗੀ। ਜਦੋਂ ਬਾਬਾ ਜੀ ਨੇ ਇਹ ਵਚਨ ਕੀਤਾ, ਵਾਕਿਆ ਇਹਦੀ ਜਿਹੜੀ ਪੋਤਰੀ ਸੀ ਜਦ ਜਵਾਨ ਹੋਈ ਉਸ ਤੋਂ ਬਾਅਦ ਵਿਆਹੀ ਗਈ ਤੇ ਇਹਨੇ ਤਕਰੀਬਨ 15-20 ਸਾਲ ਜਿਹੜਾ ਸੀਗਾ ਆਪਣਾ ਸੁਹਾਗ ਜਿਹੜਾ ਸੀ ਉਹ ਹੰਡਾਇਆ ਸੀ। ਉਸ ਤੋਂ ਬਾਅਦ ਮਹਾਂਪੁਰਖਾਂ ਦੇ ਬਚਨ ਸੱਤ ਹੋਏ ਤੇ ਉਸ ਤੋਂ ਬਾਅਦ ਇਹਨੂੰ ਜੋ ਆਪਣਾ ਪਿਛਲਾ ਕਰਮ ਸੀਗਾ ਉਹ ਭੋਗਣਾ ਪਿਆ ਸੀ। ਸੋ ਇਹ ਹੈ ਬਾਬਾ ਮਹਾਰ ਨਾਮ ਸੁਣਾ ਦੀ ਕਿਰਪਾ ਦ੍ਰਿਸ਼ਟੀ ਸੰਗਤਾਂ ਦੇ ਪ੍ਰਤੀ। ਜੋ ਵੀ ਸੰਗਤਾਂ ਆਈਆਂ ਬਾਬਾ ਜੀ ਦੇ ਚਰਨਾਂ ਦੇ ਵਿੱਚ, ਮਹਾਂਪੁਰਖਾਂ ਨੇ ਉਹਨਾਂ 'ਤੇ ਕਿਰਪਾ ਕਰਕੇ ਉਹਨਾਂ ਦੇ ਲੋਕ ਤੇ ਪ੍ਰਲੋਕ ਇਸ ਤਰ੍ਹਾਂ ਸਵਾਰੇ ਆ। ਸੋ ਦਾਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।